ਗਿਲਜ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਵਿੱਚ ਵੱਡੀ ਜਾਣਕਾਰੀ ਮੈਂ ਲੈ ਕੇ ਤੁਹਾਡੇ ਤੱਕ ਹਾਜ਼ਰ ਹਾਂ। ਜਿੰਨੇ ਵੀ ਸ਼ੁਭਚਿੰਤਕ ਕਿਸੇ ਨਾ ਕਿਸੇ ਰਿਕਰੂਟਮੈਂਟ ਨੋਟੀਫਿਕੇਸ਼ਨ ਦਾ ਇੰਤਜ਼ਾਰ ਕਰਦੇ ਆ, ਪਰ ਅੱਜ ਮੈਂ ਵੱਡੇ ਸਤਰ ਦਾ ਇੱਕ ਮੈਂ ਕਹਿ ਸਕਦਾ ਵਾਂ ਧੋਖਾ ਖੁਲਾਸਾ ਕਰਾਂਗਾ। ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ ਕਿ ਇਸ ਪ੍ਰਕਾਰ ਦੇ ਆਰਗੇਨਾਈਜੇਸ਼ਨ ਸੰਗਠਨ ਜਾਂ ਜਿਹੜੇ ਡਿਪਾਰਟਮੈਂਟ ਪੇਪਰ ਲੈਂਦੇ ਨੇ, ਫੀਸਾਂ ਇਕੱਠੀਆਂ ਕਰਦੇ ਨੇ, ਉਸ ਤੋਂ ਬਾਅਦ ਜਾ ਕੇ ਇੰਨਾ ਮਿੱਠਾ ਦਰਦ ਦਿੰਦੇ ਆ, ਨਾ ਬੰਦਾ ਮਰ ਸਕਦਾ ਨਾ ਬੰਦਾ ਜਿਉ ਸਕਦਾ ਹੈ। ਬੜਾ ਜ਼ਬਰਦਸਤ ਇਹ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਮਜ਼ਾਕ ਕੀਤਾ ਸਾਰੇ ਬੱਚਿਆਂ ਦੇ ਨਾਲ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸਾਂਗੇ ਕਿ ਫਾਰਮ ਭਰਨ ਦੀ ਕੀ ਕੁਝ ਹਦਾਇਤਾਂ ਨੇ, ਕੀ ਕੁਝ ਜਾਣਕਾਰੀ ਹੈ। ਗਿਲਜ ਮੈਂਟੋਰ ਪੰਜਾਬ ਦਾ ਇਹ ਬਡਿੰਗ ਸਟਾਰ ਈ ਲਰਨਿੰਗ ਪਲੇਟਫਾਰਮ ਹੈ, ਜਿੱਥੇ ਤੁਹਾਨੂੰ ਹਰ ਸਾਰੇ ਕੋਰਸਾਂ ਦੀ ਜ਼ਬਰਦਸਤ ਤਰੀਕੇ ਨਾਲ ਪ੍ਰੀਪਰੇਸ਼ਨ ਕਰਾਈ ਜਾਂਦੀ ਹੈ। ਸਾਰੇ ਪੇਪਰਾਂ ਦੀ ਟੈਸਟ ਸੀਰੀਜ਼ ਦੇ ਲਈ ਤੁਸੀਂ ਸਾਡੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ 'ਚ ਸਾਡੇ ਸਪੈਸ਼ਲ ਦਿੱਤੇ ਗਏ ਲਿੰਕਸ ਤੇ ਕਲਿੱਕ ਕਰਕੇ ਜੁੜ ਸਕਦੇ ਹੋ, ਜਿੱਥੇ ਤੁਹਾਨੂੰ ਵਧੇਰੀ ਜਾਣਕਾਰੀ ਟਾਈਮ ਟੂ ਟਾਈਮ ਦਿੱਤੀ ਜਾਂਦੀ ਹੈ। ਮੈਂ ਲੈ ਕੇ ਚੱਲਦਾ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਵੇਖਾਂਗੇ ਵਧੇਰੀ ਜਾਣਕਾਰੀ ਕੀ ਹੈ। ਕਰਦੇ ਇਹ ਜੋ ਰਿਕਰੂਟਮੈਂਟ ਹੈ ਇਹ ਹੈ ਡੀਜੀਆਰ ਦੇ ਵਿੱਚੋਂ ਇਹ ਰਿਕਰੂਟਮੈਂਟ ਆਊਟ ਹੋਇਆ, ਮਤਲਬ ਕਿ ਡਾਇਰੈਕਟੋਰੇਟ ਆਫ ਗਵਰਨਮੈਂਟਸ ਰਿਫਾਰਮ ਦੇ ਵਿੱਚੋਂ ਤਕਰੀਬਨ ਇਸ ਨੋਟੀਫਿਕੇਸ਼ਨ ਨੂੰ ਦੁਬਾਰਾ ਰੀ ਐਡਵਰਟਾਈਜ਼ਮੈਂਟ ਕੀਤਾ ਗਿਆ। ਫੋਰ ਕਾਦੇ ਵਾਸਤੇ? IT ਮੈਨ ਪਾਵਰ ਇਜ਼ ਰਿਕੁਆਇਰਡ। ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੱਸਣਾ ਚਾਹੁੰਦਾ ਕਿ ਇਹਦੇ 'ਚ 4 ਤਰੀਕੇ ਦੀਆਂ ਭਰਤੀਆਂ ਸੀ। SSM ਸੀਨੀਅਰ ਸਿਸਟਮ ਮੈਨੇਜਰ, SM ਸਿਸਟਮ ਮੈਨੇਜਰ ਔਰ AM ਮਾਫ ਕਰਨਾ ਅਸਿਸਟੈਂਟ ਮੈਨੇਜਰ ਐਂਡ ਟੈਕਨੀਕਲ ਅਸਿਸਟੈਂਟ। ਸਭ ਤੋਂ ਵੱਡੀ ਗੱਲ ਹੈ ਕਿ 2 ਫਰਵਰੀ 2020 ਨੂੰ 20 ਤੋਂ 20 ਲੈ ਕੇ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਕੱਢਿਆ ਗਿਆ ਸੀਗਾ 31/7/2020 ਤੱਕ। ਲਗਭਗ ਇਹਨਾਂ ਦਾ ਕਹਿਣਾ ਹੈ ਬੜਾ ਭੱਦਾ ਮਜ਼ਾਕ ਦਿੱਤਾ ਇਹਨਾਂ ਨੇ ਕੀਤਾ ਹੈ ਸਾਰੇ ਸਟੂਡੈਂਟਸ ਨਾਲ ਕਿ ਇਹਨਾਂ ਜਿੰਨੇ ਵੀ ਬੱਚਿਆਂ ਨੇ ਫਾਰਮ ਭਰਿਆ ਸੀ 2832 ਐਪਲੀਕੇਸ਼ਨਸ ਨੂੰ ਇਹਨਾਂ ਨੇ ਸ਼ਾਰਟਲਿਸਟ ਕੀਤਾ ਸੀ ਲਿਖਤੀ ਪੇਪਰ ਦੇ ਲਈ। ਇਹ ਕਹਿੰਦੇ ਨੇ ਕਿ 12/9/2020 ਨੂੰ ਇੱਕ ਲਿਖਤੀ ਪੇਪਰ ਕੰਡਕਟ ਕੀਤਾ ਗਿਆ 324 ਅਸਾਮੀਆਂ ਦੇ ਲਈ। ਸਿਰਫ ਇਹ ਕਹਿੰਦੇ ਆ ਵੀ 3 ਕੈਂਡੀਡੇਟ ਨੇ ਪੇਪਰ ਕਲੀਅਰ ਕੀਤਾ ਹੈ। ਕਿਆ ਬਾਤ ਹੈ। ਜਾਂ ਤਾਂ ਇਹ ਹੈ ਕਿ ਜਿਹੜੇ ਤੁਸੀਂ ਪੜ੍ਹ ਨਹੀਂ ਰਹੇ ਹੋ, ਜਾਂ ਫਿਰ ਤੁਸੀਂ ਇੰਨਾ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਇਗਨੋਰ ਕੀਤਾ ਹੈ ਕਿ ਤੁਸੀਂ ਪੇਪਰ ਹੀ ਕੁਆਲੀਫਾਈ ਨਹੀਂ ਕਰ ਸਕੇ ਹੋ। ਇਸ ਪੇਪਰ ਦੀਆਂ ਦੇਖੋ ਕਿੰਨਾ ਤੁਹਾਡੇ ਚੋਂ ਹੱਸ ਵੀ ਰਹੇ ਹੋਣਗੇ ਕਈ, ਔਰ ਹਾਸਾ ਵੀ ਆਉਂਦਾ, ਦੁੱਖ ਵੀ ਆਉਂਦਾ ਹੈ। ਦੁੱਖ ਇਸ ਗੱਲ ਦਾ ਹੈ ਕਿ ਪੇਪਰ ਲੈਣ ਤੋਂ ਬਾਅਦ ਰੀ ਐਡਵਰਟਾਈਜ਼ ਕਰਤਾ ਕਿ ਇਹਨਾਂ ਬੱਚਿਆਂ ਨੂੰ ਦੁਬਾਰਾ ਪੇਪਰ ਦੇਣਾ ਪਏਗਾ। ਸੋਚੋ ਜਰਾ ਕੀ ਮਜ਼ਾਕ ਹੈ, ਕਿੰਨਾ ਗੰਦਾ ਮਜ਼ਾਕ ਹੈ। ਇੱਕ ਬੱਚੇ ਦੀਆਂ ਉਮੀਦਾਂ ਹੁੰਦੀਆਂ ਨੇ ਕਿ ਮੇਰਾ ਫਾਈਨਲੀ ਪੇਪਰ ਹੋ ਚੁੱਕਿਆ ਹੈ ਔਰ ਮੈਂ ਅੱਗੇ ਵਧਣਾ ਆ, ਮੇਰੇ ਪੇਪਰ ਦੀ ਆਨਸਰ ਕੀ ਕਦ ਆਏਗੀ। ਦਿਨ 'ਚ ਨਹੀਂ, ਹਫ਼ਤੇ 'ਚ ਘੱਟੋ ਘੱਟ ਬੰਦਾ ਜ਼ਰੂਰ ਵੈਬਸਾਈਟ ਤੇ ਵਿਜ਼ਿਟ ਕਰਦਾ ਹੈ। ਪਰ ਅੱਜ ਜਦੋਂ ਵੈਬਸਾਈਟ ਤੇ ਵਿਜ਼ਿਟ ਕਰਕੇ ਦੇਖਿਆ ਤੇ ਕੀ ਗੰਦਾ ਮਜ਼ਾਕ ਕੀਤਾ ਇਹਨਾਂ ਨੇ ਕਿ ਇਹ ਰਿਟਨ ਪੇਪਰ ਦੀ ਜੋ ਮਿਨੀਮਮ ਕ੍ਰਾਈਟੇਰੀਆ ਸੀ ਕਿ ਉਸ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਸੀਗਾ, ਕੀਤਾ ਜਾ ਸਕਦਾ ਸੀ। ਅਮੈਂਡਮੈਂਟ ਹੋ ਸਕਦੇ ਨੇ। ਜਦੋਂ ਸਾਡੇ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਹੋ ਸਕਦੇ ਆ ਤਾਂ ਕਿੱਡੀ ਕੁ ਵੱਡੀ ਗੱਲ ਹੈ ਕਿ ਰਿਕਰੂਟਮੈਂਟ ਪ੍ਰੋਸੈਸ ਦੇ ਵਿੱਚ ਅਮੈਂਡਮੈਂਟ ਨਹੀਂ ਹੋ ਸਕਦਾ। PSSB ਦੇ ਵਿੱਚ 36 ਨੰਬਰ ਲੈਣ ਵਾਲੇ ਬੱਚਿਆਂ ਨੂੰ ਪਾਸ ਕੀਤਾ ਜਾ ਰਿਹਾ ਹੈ ਤਾਂ ਕੀ ਇੱਥੇ ਕਿਸੇ ਬੱਚਿਆਂ ਦੇ ਨੰਬਰ ਘੱਟ ਸੀਗੇ? ਇਹ ਮਜ਼ਾਕ ਕਦੇ ਨਹੀਂ ਹੋ ਸਕਦਾ। ਬਿਕੋਜ਼ ਮੈਨੂੰ ਸਮਝ ਅੱਜ ਇੱਥੋਂ ਤੱਕ ਬਹੁਤੇ ਸਾਰੇ ਬੱਚੇ ਸਾਡੇ ਟੱਚ 'ਚ ਨੇ ਜਿਨ੍ਹਾਂ ਦਾ ਬਹੁਤ ਅੱਛੇ ਲੈਵਲ ਦਾ ਪੇਪਰ ਹੋਇਆ ਸੀਗਾ, ਪਰ ਇਹ ਕਹਿੰਦੇ ਕਿ ਸਿਰਫ 3 ਹੀ ਕੈਂਡੀਡੇਟ ਨੇ ਕਲੀਅਰ ਕੀਤਾ ਆ। ਔਰ ਕੋਸ਼ਿਸ਼ ਕਰਾਂਗੇ ਕਿ RTI ਲਾ ਕੇ ਪੂਰੀ ਰਿਪੋਰਟ ਵੀ ਕਢਾਵਾਂਗੇ ਵੀ ਤਾਂ ਕਿ ਪਤਾ ਲੱਗੇ ਕਿ ਵਾਕਈ 3 ਨੰਬਰ ਕਿੱਦਾਂ ਆ ਸਕਦੇ, 3 ਕੈਂਡੀਡੇਟ ਕਿਹੜੇ ਪਾਸ ਹੋ ਸਕਦੇ ਨੇ। ਹੁਣ ਗੱਲ ਇੱਥੇ ਕਰਦੇ ਆ ਕਿ ਇਹ ਕਹਿੰਦੇ ਨੇ ਕਿ ਸਿਰਫ ਔਰ ਸਿਰਫ 3 ਕੈਂਡੀਡੇਟ ਜੋ ਕਲੀਅਰ ਕੀਤਾ ਸੀਗਾ ਔਰ ਓਨਲੀ 2 ਕੈਂਡੀਡੇਟ ਸਟਿਲ ਇਨ ਪੋਜੀਸ਼ਨ, ਮਤਲਬ ਉਹਨਾਂ 'ਚ 2 ਹੀ ਕੈਂਡੀਡੇਟ ਪੋਜੀਸ਼ਨ ਸੀਗੇ। ਔਰ ਸਾਨੂੰ ਤਾਂ ਇਹ ਵੀ ਜਾਣਨ ਨੂੰ ਹਜੇ ਤੱਕ 2 ਪੋਜੀਸ਼ਨ ਕਿਵੇਂ ਹੋ ਸਕਦੀਆਂ ਜਦ ਤੱਕ ਤੁਸੀਂ ਰਿਜ਼ਲਟ ਡਿਕਲੇਅਰ ਨਹੀਂ ਕੀਤਾ, ਜਦ ਤੱਕ ਤੁਸੀਂ ਜਨਤਕ ਹੀ ਨਹੀਂ ਕੀਤਾ, ਸਾਨੂੰ ਕੀ ਪਤਾ ਲੱਗੇਗਾ ਕਿ 2 ਹੀ ਕੈਂਡੀਡੇਟ ਪੋਜੀਸ਼ਨ 'ਚ ਸੀਗੇ। ਇਹ ਸਾਡੇ ਡਿਪਾਰਟਮੈਂਟਾਂ ਦਾ ਲੱਚਰ ਢਾਂਚਾ ਆ ਜਿਹੜਾ ਕਿ ਬੱਚਿਆਂ ਨੂੰ ਪ੍ਰਤਾੜਿਤ ਕਰਦਾ ਆ। ਇਹ ਠੀਕ ਹੈ, ਜਦ ਤੱਕ ਕੈਂਪੇਨ ਅੱਛੇ ਤਰੀਕੇ ਦੀ ਨਹੀਂ ਚਲਾਉਂਗੇ ਇਹਨਾਂ ਦੇ ਅਗੇਂਸਟ, ਠੀਕ ਹੈ, ਤਦ ਤੱਕ ਇਹ ਸਿਸਟਮ ਨਹੀਂ ਸੁਧਰਨ ਵਾਲਾ। ਇਹ ਚੀਜ਼ ਮੈਂ ਅੱਜ ਵੀ ਕਹਿਣਾ, ਕੱਲ ਵੀ ਕਹਿਣਾ। ਹੁਣ ਗੱਲ ਕਰਦੇ ਹਾਂ ਦੂਜੇ ਸਿਸਟਮ ਦੀ। ਇਹ ਕੀ ਕਹਿ ਰਿਹਾ? ਕੰਸੀਡਰੇਸ਼ਨਸ ਆਫ ਮੈਟਰ ਕੀ ਕਹਿ ਰਿਹਾ ਹੈ ਕਿ ਇਹ ਡਿਸਾਈਡ ਕੀਤਾ ਗਿਆ ਹੈ ਕਿ ਪੇਪਰ ਨੂੰ ਦੁਬਾਰਾ ਲਿਆ ਜਾਵੇ, ਪਰੰਤੂ ਜਿੰਨੇ ਵੀ ਨਵੇਂ ਪੁਰਾਣੇ ਕੈਂਡੀਡੇਟ ਹੈ ਉਹਨਾਂ ਕੈਂਡੀਡੇਟਸ ਨੇ ਦੁਬਾਰਾ ਫਾਰਮ ਨਹੀਂ ਭਰਨਾ, ਨਵੇਂ ਕੈਂਡੀਡੇਟਸ ਭਰਨਗੇ ਤੇ ਉਹ ਬੰਦੇ ਇੱਥੇ ਪੇਪਰ ਦੇ ਸਕਦੇ ਆ। ਪਰੰਤੂ ਇੱਕ ਗੱਲ ਹੋਰ ਹੈ, ਇਹ ਕਹਿੰਦਾ ਕਿ the eligible candidates who couldn't participate or qualify the written paper now they are eligible, मतलब कि फीस ਨੂੰ ਇਕੱਠੀ ਕਰਨ ਵਾਸਤੇ ਫਿਰ ਇਹਨਾਂ ਨੇ ਸਿਸਟਮ ਰੱਖਤਾ ਹੈ ਔਰ appear in the test again along the fresh eligible candidate। fresh eligible candidate ਦੇ ਨਾਲ ਜਿਹੜੇ ਬੰਦਿਆਂ ਨੇ ਪਹਿਲਾਂ ਪੇਪਰ ਨਹੀਂ ਦਿੱਤਾ ਸੀ, ਸਿਰਫ ਫਾਰਮ ਭਰਿਆ ਸੀ, ਜਾਂ ਜਿਹੜੇ ਪਾਸ ਨਹੀਂ ਹੋਏ ਸੀ, ਉਹ ਕੈਂਡੀਡੇਟ ਇੱਥੇ
दोबारा तो अपना फॉर्म भर के बल्कि रजिस्ट्रेशन नहीं करना उन्होंने, बल्कि वो दोबारा अपीयर हो सकते हैं पेपर दे विच। ठीक है, इस तो इलावा कहते हैं कि नो सैपरेट कम्युनिकेशनस टू द ऑलरेडी एलिजिबल कैंडीडेट शैल बी इशूड नहीं है, परंतु इन्होंने एक हैडलाइन होर दी है, ये कहता कि सिर्फ जो कैंडीडेट्स ने वो कैंडीडेट्स नू सिर्फ दोबारा रजिस्ट्रेशन नहीं करना पेगा, ओनली फ्रैश कैंडीडेट दोबारा रजिस्ट्रेशन करनगे। फरदर इन्होंने इन्फॉर्मेशन दी है कि जो फ्रैश कैंडीडेट रजिस्ट्रेशन करनगे उन्हां दी जानकारी फिलहाल तक है कि अज तो ही लिंक तुहानूं दिता गया है, 15 दिसंबर तक तुसीं शाम के 5 बजे तक अपना फॉर्म भर सकते हो। फॉर्म ऑनलाइन भरिया जाएगा। ये कुछ की हिदायतां ने यही तुहानूं दिखाया गया है कि जो SSM है वो 1.25 लाख तनख्वाह है, SM की 85,000 है, AM की 55,000 है, तो TA की 35,000 रुपये सैलरी रहेगी। एक कैटेगरी वाइज वैकेंसीज भी थले इन्होंने डिवाइड करके दित्तियां हुई हैं। एलिजिबिलिटी की गल करते हैं, 18 तो लैके 37 साल तक की उम्र है। ठीक है, कुछ अलग क्वालिफिकेशन दे रखी है, तुसीं स्क्रीनशॉट ले सकते हो, तुसीं प्रॉपर नोटिफिकेशन नूं रीड कर सकते हो। एक चीज़ इन्होंने होर कही है, याद रखना है कि जो सिलेक्शन क्राइटेरिया है वो क्या भी 100 क्वेश्चन 2 घंटिया का है, और पेपर बहुत औखा सीगा, भी मनना चाहांगे आपां, लेकिन पेपर पढ़ने वाले ने जरूर दिता सीगा। 100 नंबर का जो इन्होंने सिलेक्शन स्टेज रखा है वो इन्होंने रखा कि 100 मार्क्स 80 मार्क्स का वेटेज होएगा रिटन पेपर का, 20 होएगा इंटरव्यू का, टोटल 100 यानी आउट ऑफ 200 मार्क्स के विचों रखा गया। जितों तक गल करते हैं टैक्नीकल असिस्टेंट की, सिर्फ इन्होंने कहा कि रिटन की मैरिट बनेगी, कोई भी इंटरव्यू नहीं होएगा। एग्जामिनेशन सेंटर की गल करते हैं तो इन्होंने चंडीगढ़ और SS नगर के दसिया कि एग्जैक्ट टाइम डेट तुहानूं बाद दे विच मैंशन की जाएगी। एप्लीकेशन फीस की गल करते हैं तो 1000 रुपया जनरल कैटेगरी है, 500 रुपया फिजिकल इन्होंने दसिया 500 रुपया दसिया। इस तो इलावा गल करते हैं फिजिकल डिसेबिलिटीज़ कैंडीडेट एंड 250 रुपया SC ST कैटेगरी कैंडीडेट मस्ट भी डिपोजिट बाई शाम को 5 बजे तक है टिल द डेट। एज रिलैक्सेशन है 5 साल की SC BC नूं छूट मिलेगी, और रिजर्वेशन रहेगा वो एज पर द यथावत रहेगा। ये फिलहाल तक इस नोटिफिकेशन की जानकारी है, परंतु सब तो महत्वपूर्ण जानकारी है कि एग्जामिनेशन हर कैंडीडेट नूं अंडरगो द रिटन एग्जामिनेशन जाना पएगा। 100 क्वेश्चन है, 2 घंटे का टाइम है, 60% इन्होंने कहा कि डिस्ट्रीब्यूशन जो मार्क्स होएगा वो थोड़ा पार्ट जो होएगा, 40% थोड़ा होएगा वो सिलेबस नीचे इन्होंने उन्होंने प्रॉपर तरीके नाल एक्सप्लेन करके दिता है। परंतु इन्होंने ये भी कहा कि कैंडीडेट नूं रिक्वायर्ड होएगा 40% घट्टो घट्ट 100 नंबर चो टैक्नीकल सैक्शन चो है, और 40% वेटेज होएगा थोड़ा दूसरे चो। मतलब इसका मतलब है कि कम से कम 24 नंबर आने टैक्नीकल पार्ट चों जरूरी है, ओवरऑल थोड़े 40 नंबर होने जरूरी है। ठीक है, हुण इत्थे गल करते हैं कि 1 नंबर पर क्वेश्चन का है, और 1/4 थोड़ा नैगेटिव मार्किंग होएगा। हुण 60 नंबर के विचों की है 60% जो प्रोजेक्ट मैनेजमेंट है, BTech और BE दे लई है, बेसिक प्रोग्राम है, सोल्यूशन आर्कीटैक्चर, नैटवर्किंग, क्लाउड, उस तो इलावा OS MS ऑफिस हो गया। 40% चो की कुछ है जनरल जो साडे कोले टैसट दे रखा, मैंटल एबिलिटी है, और ये इंग्लिश दे रखा वा, तो ये होएगा क्वेश्चन विल बी द बैंक PO लैवल के होणगे इहदे विच। ठीक है, शॉर्टलिस्ट कैंडीडेट्स होएगा, उन्होंने इंटरव्यू के लिए कॉल किया जाएगा। टैक्नीकल असिस्टेंट वालों की डायरैक्ट मैरिट बनेगी, उहदे उन्होंने कोई भी इंटरव्यू नहीं होएगा। फिलहाल तक की यह जानकारी है, पर फाइनली हुण ये चीज़ हैगी है, लेकिन मैं इससे बहुत ज़्यादा सैटिस्फाई नहीं हाँ, ना ही मैनू लगता कि हर कोई कैंडीडेट सैटिस्फाई होएगा, बिकॉज तुसीं ऑलरेडी रजिस्ट्रेशन करवा के 1 साल की पूरी प्रोसैस च पा रहे हो, और इसलिए तो असीं जंग लड़ रहे सी बार बार, इसलिए कैंपेन शुरू कर रहे थे कि प्लीज़ सानू एकता दिखा के जब तक हर किसी ढांचे के खिलाफ आवाज़ नहीं चुकण दे विच, बल्कि चुकनी पएगी, मिलजुल के चुकनी पएगी, और जब तक असीं आवाज़ नहीं चुकते हैं तब तक इदां ही सारे बच्चों नाल ब्लफ होएगा। 5-5 साल बाद मैरिट लिस्ट आउणगियां। ठीक है, 3-3 साल बाद, मतलब कईयां दे तां मैं कह सकदा कि पोते पड़पोतियां वाले भी हो जाणगे जदों कि पेपरां दे रिजल्ट आया करनगे। सरकारां अगर अपने इलैक्शन दे विच टाइमली रिजल्ट लै सकदियां, सरकारां अगर अपने इलैक्शन नूं लैके किन्नियां ज़्यादा कोई कमेंडमेंट कर सकदी है, तो क्यों नहीं किसी स्टूडेंट के भविख वल देख के चीज़ां बदलियां जा सकदियां? क्यों इदां तुसीं शिकार हुंदे रहोगे? कद तक तुसीं टैंकियां ते चढ़ चढ़ के मंगोगे, जब तक कि इन्हां नूं यानी सोशल मीडिया ते कंप्लीटली इन्हां नूं पूर्ण तौर पर जंग दे विच जंग लड़ांगे, इदां दा निशाना दिता जाए, तब तक ये ढांचा नहीं सुधरेगा। सो प्लीज़ गाइज ये चीज़ ख्याल रखो। बहुत दुख की गल है, लेकिन रजिस्ट्रेशन तो हुण करना ही पेगा, पर यह जानकारी प्लीज़ अगे तक जरूर शेयर करियो, और हो सकता है तो मेरी बेनती है सारिਆਂ ਨੂੰ प्लीज़ ਇਹਦਾ स्क्रीनशॉट ले लो, ਇਹਦਾ स्क्रीनशॉट लैके ना इन्नी चीज़ का तो अज प्लीज़ शाम ਨੂੰ कैप्टन साहब के ट्वीट से चाहे रीट्वीट कर दो, सौं पा के चाहे इन्हों के फेसबुक से ना ਜਿਹੜੇ ਤੁਹਾਡੇ एरिए के लीडर्स ने ये लोग, इन्हों जरूर पाओ कि इस तरीके का मजाक है ना जो गंदा इन्हों पता लगे। ठीक है, ताकि इन्हों सही पता लगे। हो सकता है कि बहुते सारे इन्हों चों लीडर जी
ਈਵਨ ਕਿ ਜੋ ਪ੍ਰੋਸੈਸ ਹੈ ਗਵਰਨਮੈਂਟਸ ਦੀ IT ਲੈਵਲ ਦੇ ਵੀ ਨਹੀਂ ਹੋਣਗੇ ਜਿੰਨੇ ਜਿਹੜੇ ਮਜ਼ਾਕ ਕਰਵਾ ਰਹੇ ਨੇ ਇਹ। ਤਾਂ ਫਿਲਹਾਲ ਤੱਕ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਹੈ, ਉਮੀਦ ਕਰਦਾ ਤੁਹਾਨੂੰ ਸਮਝ ਜ਼ਰੂਰ ਲੱਗੀ ਹੋਏਗੀ। ਥੈਂਕ ਯੂ ਸੋ ਮਚ, ਤੁਸੀਂ ਆਪਣਾ ਬੇਸਕੀਮਤੀ ਸਮਾਂ ਦਿੱਤਾ। ਮਿਲਦੇ ਹਾਂ ਫਿਰ ਆਪਾਂ ਨੈਕਸਟ, ਤਦ ਤੱਕ ਆਪਣਾ ਖਿਆਲ ਰੱਖੋ, ਟੇਕ ਕੇਅਰ, ਬਾਏ ਬਾਏ।